ਅਸੀਂ ਯਸੂ ਦੇ ਅਸੀਂ ਹਾਂ ਗਵਾਹ ਯਸੂ ਦੇ। ਸਾਰਿਆਂ ਨੂੰ ਜੈ ਮਸੀਹ ਦੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਜਿਸ ਤਰ੍ਹਾਂ ਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਮੈਂ ਤੇਰੇ ਦੁੱਖ ਨੂੰ ਹੈ ਜਿਹੜਾ ਉਹ ਆਨੰਦ ਦੇ ਵਿੱਚ ਬਦਲ ਦਾਂਗਾ। ਤੋ ਅੱਜ ਅਸੀਂ ਇੱਕ ਤੁਹਾਨੂੰ ਇਸੇ ਗਵਾਹ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਦੁੱਖ ਨੂੰ ਪਰਮੇਸ਼ਵਰ ਨੇ ਆਨੰਦ ਦੇ ਵਿੱਚ ਬਦਲ ਦਿੱਤਾ ਆ। ਤੋ ਆਈਏ ਅਸੀਂ ਮਿਲਨੇ ਆ ਪਰਮੇਸ਼ਵਰ ਦੀ ਦਾਸੀ ਪਾਸਟਰ ਕਮਲ ਜੀ ਦੇ ਨਾਲ। ਜੈ ਮਸੀਹ ਕੀ ਪਾਸਟਰ ਜੀ। ਜੈ ਮਸੀਹ। ਪਾਸਟਰ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਥੈਂਕ ਯੂ ਪਾਸਟਰ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਰਸ਼ਕਾਂ ਨੂੰ ਥੋੜਾ ਆਪਣੇ ਬਾਰੇ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕਿੱਥੇ ਸੇਵਕਾਈ ਕਰਦੇ ਹੋ। ਜੀ, ਮੇਰਾ ਨਾਮ ਪਾਸਟਰ ਕਮਲ ਹੈ ਔਰ ਮੈਂ ਕਰਪੂਥਲੇ ਦੀ ਰਹਿਣ ਵਾਲੀ ਹਾਂ ਔਰ ਸਾਡੀ ਚਰਚ ਦਾ ਨਾਮ ਗ੍ਰੇਸ ਆਫ ਗॉड ਹੈ ਔਰ 2013 ਦੇ ਵਿੱਚ ਖੁਦਾਵੰ ਨੇ ਮੈਨੂੰ ਚੁਣਿਆ ਔਰ ਮੈਂ 6th ਕਲਾਸ ਦੇ ਵਿੱਚ ਸੀ ਸਕੂਲ ਦੇ ਵਿੱਚ ਮੈਨੂੰ ਸੁਸਮਾਚਾਰ ਦਿੱਤਾ ਗਿਆ ਔਰ ਜਦ ਮੈਂ ਸੁਸਮਾਚਾਰ ਤੇ ਬਲੀਵ ਕੀਤਾ, ਜਦ ਜਿਸ ਲੜਕੀ ਨੇ ਮੈਨੂੰ ਸੁਸਮਾਚਾਰ ਦਿੱਤਾ ਸੀ ਸੱਚਮੁੱਚ ਉਸਨੇ ਮੈਨੂੰ ਵਚਨ ਦਿੱਤਾ ਸੀ ਕਿ ਪਰਮੇਸ਼ਰ ਨੇ ਸਾਡੀ ਖਾਤਰ ਆਪਣੀ ਜਾਨ ਨੂੰ ਦੇ ਦਿੱਤਾ ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰੇਗਾ ਉਹ ਆਨੰਦ ਕਾਲ ਦਾ ਜੀਵਨ ਪਾਏਗਾ, ਵह ਕभी ਸ਼ਰਮਿੰਦਾ ਨਹੀਂ ਹੋਏਗਾ। ਸੱਚਮੁੱਚ ਮੈਂ ਖੁਦਾਵੰਦ ਦਾ ਧੰਨਵਾਦ ਕਰਦੀ ਹਾਂ ਕਿ ਜਦ ਮੈਂ ਉਸ ਸੁਸਮਾ ਤੇ ਵਿਸ਼ਵਾਸ ਕੀਤਾ ਔਰ ਮੈਨੂੰ ਪਰਮੇਸ਼ਰ ਤੇ ਜ਼ਿਆਦਾ ਇੰਟਰਸਟ ਹੋ ਗਿਆ ਕਿ ਮੈਂ ਪਰਮੇਸ਼ਰ ਨੂੰ ਹੀ ਮੰਨਣਾ, ਇਸ ਪਰਮੇਸ਼ਰ ਨੂੰ ਕਿ ਜਿਸ ਨੇ ਸਾਡੀ ਖਾਤਰ ਆਪਣੀ ਜਾਨ ਨੂੰ ਦੇ ਦਿੱਤਾ। ਔਰ ਜਿੱਦਾਂ ਜਿੱਦਾਂ ਮੈਂ ਪ੍ਰਭੂ ਦੇ ਵਿੱਚ ਇੰਟਰਸਟ ਕਰਦੀ ਗਈ ਔਰ ਮੈਂ ਬਾਈਬਲ ਪੜ੍ਹਨੀ, ਪ੍ਰਾਰਥਨਾ ਕਰਨੀ ਔਰ ਮੈਂ ਜਦ ਪ੍ਰਾਰਥਨਾ ਕਰਦੀ ਹੁੰਦੀ ਸੀ, ਮੇਰੀ ਫੈਮਿਲੀ ਹਿੰਦੂ ਫੈਮਿਲੀ ਦੇ ਵਿੱਚੋਂ ਆ, ਉਹ ਮੂਰਤੀ ਪੂਜਾ ਕਰਦੇ ਹੁੰਦੇ ਸੀ ਤੇ ਮੇਰੀ ਫੈਮਿਲੀ ਪਰਮੇਸ਼ਰ ਦੇ ਵਿੱਚ ਬਲੀਵ ਨਹੀਂ ਕਰਦੀ ਸੀ ਔਰ ਮੇਰੀ ਫੈਮਿਲੀ ਮੇਰਾ ਬਹੁਤ ਵਿਰੋਧ ਕਰਦੀ ਹੁੰਦੀ ਸੀ। ਫੈਮਿਲੀ ਮੇਰੇ ਕਹਿੰਦੇ ਹੁੰਦੇ ਸੀ ਕਿ ਜਦ ਮੈਂ ਪਰਮੇਸ਼ਰ ਦੇ ਵਿੱਚ ਆਈ, ਮੇਰੀ ਫੈਮਿਲੀ ਕਹਿੰਦੀ ਹੁੰਦੀ ਸੀ ਜਾਂ ਪ੍ਰਭੂ ਯਿਸੂ ਮਸੀਹ ਨੂੰ ਰੱਖ ਲੈ ਜਾਂ ਸਾਨੂੰ ਰੱਖ ਲੈ। ਔਰ ਜਦ ਮੈਂ ਪਰਮੇਸ਼ਰ ਦੇ ਵਿੱਚ ਆਈ, ਸਾਡੇ ਪਿੰਡ ਦੇ ਵਿੱਚ ਕੋਈ ਚਰਚ ਨਹੀਂ ਗਈ ਔਰ ਕੋਈ ਪਰਮੇਸ਼ਰ ਨੂੰ ਨਹੀਂ ਮੰਨਦਾ ਸੀ, ਜੱਟ ਸਿੱਖ ਫੈਮਿਲੀ ਦੇ ਵਿੱਚੋਂ। ਔਰ ਸਾਡਾ ਇੱਕ ਹਿੰਦੂ ਫੈਮਿਲੀ ਸੀਗੀ, ਮੇਰੀ ਮੰਮਾ ਹੁਣੀ ਮੂਰਤੀ ਪੂਜਾ ਕਰਦੇ ਹੁੰਦੇ ਸੀਗੇ ਔਰ ਮੈਂ ਖੁਦਾਵੰਦ ਦੇ ਅੱਗੇ ਦੁਆ ਕਰਦੀ ਹੁੰਦੀ ਸੀ ਕਿ ਖੁਦਾਵੰਦ ਤੂੰ ਮੇਰੇ ਥਰੂ ਮੇਰੀ ਫੈਮਿਲੀ ਨੂੰ ਚੁਣੇਗਾ। ਔਰ ਮੈਂ ਸੱਚਮੁੱਚ ਜਿਸ ਤਰ੍ਹਾਂ ਦੁਆ ਕਰਦੀ ਹੁੰਦੀ ਸੀ ਔਰ ਮੈਂ ਦੁਆ ਕਰਦੀ ਹੁੰਦੀ ਸੀ ਕਿ ਪਰਮੇਸ਼ਰ ਮੈਂ ਤੇਰੇ ਭਵਨ ਦੇ ਵਿੱਚ ਜਾਣਾ। ਔਰ ਸਾਡੇ ਪਿੰਡ ਦੇ ਵਿੱਚ ਕੋਈ ਖੁਦਾਵੰਦ ਦਾ ਘਰ ਨਹੀਂ ਸੀ, ਕੋਈ ਖੁਦਾਵੰਦ ਦਾ ਭਵਨ ਨਹੀਂ ਸੀਗਾ ਔਰ ਜਿਸ ਟਾਈਮ ਮੈਂ ਖੁਦਾਵੰਦ ਦੇ ਵਿੱਚ ਪ੍ਰਾਰਥਨਾ ਕਰਦੀ ਸੀ, ਮੇਰੀ ਫੈਮਿਲੀ ਦੇ ਵਿੱਚੋਂ ਮੇਰੇ ਚਾਚਾ ਜੀ ਹੁਣਾਂ ਨੂੰ ਚੁਣਿਆ ਔਰ ਮੈਂ ਉਹਨਾਂ ਦੇ ਨਾਲ ਚਰਚ ਗਈ ਔਰ ਮੈਂ ਚਰਚ ਜਾਂਦੀ ਗਈ ਔਰ ਮੈਂ ਉੱਥੇ ਵੀ ਪ੍ਰਾਰਥਨਾ ਕਰਦੀ ਹੁੰਦੀ ਸੀ ਕਿ ਪਰਮੇਸ਼ਰ ਤੂੰ ਮੇਰੀ ਫੈਮਿਲੀ ਨੂੰ ਚੁਣ, ਕਿਉਂਕਿ ਤੇਰਾ ਵਚਨ ਕਹਿੰਦਾ ਤੂੰ ਬਚ ਤੇਰਾ ਘਰਾਣਾ ਬਚਾਇਆ ਜਾਏਗਾ। ਸੱਚਮੁੱਚ ਉਸ ਵਚਨ ਤੇ ਮੈਂ ਬਲੀਵ ਕਰਦੀ ਹੁੰਦੀ ਸੀ। ਜਿੱਦਾਂ ਮੈਂ ਬਾਈਬਲ ਨੂੰ ਪੜ੍ਹਦੀ ਗਈ ਉਦਾਂ ਮੈਂ ਪਰਮੇਸ਼ਰ ਦੇ ਵਚਨਾਂ ਉੱਤੇ ਵਿਸ਼ਵਾਸ ਕਰਦੀ ਸੀ ਕਿ ਮੈਂ ਕਿਹਾ ਪਰਮੇਸ਼ਰ ਤੇਰਾ ਵਚਨ ਸੱਚਾ ਹੈ, ਤੂੰ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕਰੇਗਾ ਔਰ ਤੂੰ ਮੇਰੇ ਥਰੂ ਮੇਰੀ ਫੈਮਿਲੀ ਨੂੰ ਬਚਾਏਗਾ। ਔਰ ਜਦ ਮੈਂ ਚਰਚ ਦੇ ਵਿੱਚ ਗਈ ਔਰ ਜਦ ਮੈਂ ਦੁਆ ਕਰਦੀ ਰਹੀ, ਪਰਮੇਸ਼ਰ ਦੇ ਅੱਗੇ ਦੁਆ ਕਰਨੀ ਕਿ ਪਰਮੇਸ਼ਰ ਮੇਰੇ ਥਰੂ ਮੇਰੀ ਫੈਮਿਲੀ ਨੂੰ ਚੁਣ, ਤੇ ਸੱਚਮੁੱਚ ਜਦ ਪਰਮੇਸ਼ਰ ਨੇ ਮੇਰੇ ਥਰੂ ਮੇਰੀ ਫੈਮਿਲੀ ਨੂੰ ਚੁਣਿਆ ਔਰ ਮੇਰੀ ਫੈਮਿਲੀ ਮੇਰਾ ਬਹੁਤ ਵਿਰੋਧ ਕਰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਜਦ ਆਪਾਂ ਆਲਮੋਸਟ ਕਿ ਜ਼ਿਆਦਾਤਰ ਆਪਾਂ ਨਾਈਟ ਮੀਟਿੰਗ ਹੁੰਦੀ ਹੈ ਚਰਚ ਦੇ ਵਿੱਚ ਔਰ ਮੈਂ ਨਾਈਟ ਮੀਟਿੰਗ ਦੇ ਵਿੱਚ ਜਾਂਦੀ ਹੁੰਦੀ ਸੀ, ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਕਿਹੜੀ ਨਾਈਟ ਮੀਟਿੰਗ ਹੋ ਰਹੀ ਹੈ ਜਿਹੜਾ ਤੂੰ ਨਾਈਟ ਮੀਟਿੰਗ ਦੇ ਵਿੱਚ ਜਾ ਰਹੀ ਆ। ਔਰ ਸੱਚਮੁੱਚ ਉਹ ਕਹਿੰਦੇ ਹੁੰਦੇ ਸੀ ਜਦ ਮੈਂ ਚਰਚ ਦੇ ਵਿੱਚੋਂ ਘਰ ਆਉਣਾ, ਮੇਰੀ ਫੈਮਿਲੀ ਨੇ ਮੇਰਾ ਇੰਨਾ ਵਿਰੋਧ ਕਰਨਾ, ਉਹ ਮੈਨੂੰ ਕਹਿੰਦੇ ਹੁੰਦੇ ਸੀ ਜਾਂ ਸਾਨੂੰ ਰੱਖ ਲੈ ਜਾਂ ਪਰਮੇਸ਼ਰ ਨੂੰ ਰੱਖ ਲੈ। ਪਰ ਮੈਂ ਉਸ ਟਾਈਮ ਵੀ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦੇ ਨਾਲ ਖੜੀ ਰਹੀ ਤਾਂ ਅੱਜ ਮੇਰੀ ਸਾਰੀ ਫੈਮਿਲੀ ਪ੍ਰਭੂ ਦੇ ਵਿੱਚ ਆ। ਔਰ ਜਦ ਮੈਂ ਇਸ ਤਰ੍ਹਾਂ ਚੱਲਦੀ ਗਈ ਔਰ ਪਰਮੇਸ਼ਰ ਦੇ ਦਾਸ ਅੰਮ੍ਰਿਤ ਸੰਧੂ ਜੀ ਮੇਰੀ ਲਾਈਫ ਦੇ ਵਿੱਚ ਆਏ, ਉਹਨਾਂ ਦੇ ਦੁਆਰਾ ਮੇਰੀ ਲਾਈਫ ਦੇ ਵਿੱਚ ਇੱਕ ਪ੍ਰੋਫੈਸੀ ਕੀਤੀ ਗਈ ਔਰ ਉਸ ਪ੍ਰੋਫੈਸੀ ਦੇ ਦੁਆਰਾ ਕਿ ਮੈਂ ਜਦ ਉਸ ਪ੍ਰੋਫੈਸੀ ਨੂੰ ਰਿਸੀਵ ਕੀਤਾ ਔਰ ਜਦ ਮੈਂ ਉਸ ਭਵਨ ਦੇ ਵਿੱਚ ਗਈ ਅੰਮ੍ਰਿਤ ਸੰਧੂ ਜੀ ਪਾਸਟਰ ਜੀ ਉਹਨਾਂ ਦੇ ਕੋਲ ਔਰ ਮੈਂ ਅੰਮ੍ਰਿਤ ਸੰਧੂ ਪਾਸਟਰ ਜੀ ਉਹਨਾਂ ਦੇ ਕੋਲ ਗਈ ਔਰ ਜਦ ਉਹਨਾਂ ਨੇ ਕਿਹਾ ਕਿ ਮੈਂ ਇੱਕ ਗਰੁੱਪ ਚਲਾਉਂਦੀ ਹੁੰਦੀ ਸੀ, ਉਸ ਗਰੁੱਪ ਦਾ ਨਾਮ ਗ੍ਰੇਸ ਆਫ ਗॉड ਆ ਔਰ ਜਦ ਮੈਂ ਉਸ ਗਰੁੱਪ ਨੂੰ ਚਲਾਉਂਦੀ ਸੀ ਔਰ परमेश्वर के दास द्वारा मेरी प्रोफेसी हुई कि तू एक भविष्यवक्ता है और परमेश्वर तुझे इस्तेमाल करेगा। और सचमुच जब मैनू बहुत चाह हुंदा सी कि मैं अपने स्पिरिचुअल फादर नू मिलना वा, मैं उन्हां दी एंटर आना वा ते मैं उन्हां दे द्वारा और सीखना वा कि मैं परमेश्वर के कम्मां नू कर सकां। मेरी एक चाहत हुंदी सी कि परमेश्वर मैनू अपने कम्मां दे लई इस्तेमाल कर, तू मेरी फैमिली नू भी मेरे थ्रू चुन। और सचमुच जब मैं पास्टर अमृत संधू जी दे कोल गई, उन्हां
ਜਿਨ੍ਹਾਂ ਦੇ ਦੁਆਰਾ ਮੇਰੀ ਪ੍ਰੋਫੈਸੀ ਹੋਈ ਔਰ ਜਦ ਮੈਂ ਪ੍ਰੋਫੈਸੀ ਕੀਤੀ ਗਈ ਉਹਨਾਂ ਦੇ ਦੁਆਰਾ ਔਰ ਮੈਂ ਪ੍ਰਾਰਥਨਾ ਕਰਦੀ ਹੁੰਦੀ ਸੀ ਕਿ ਪਰਮੇਸ਼ਰ ਮੈਨੂੰ ਆਪਣੇ ਦਾਸ ਨਾਲ ਮਿਲਾ, ਮੈਂ ਤੇਰੀ ਸੇਵਾ ਨੂੰ ਕਰਨਾ ਚਾਹੁੰਦੀ ਹਾਂ। ਪ੍ਰੋਫੈਸੀ ਮੇਰੇ ਲਈ ਆ, ਇਹ ਵਰਡ ਮੇਰੇ ਲਈ ਬੋਲ ਰਿਹਾ ਤੇ ਤੂੰ ਸੱਚਮੁੱਚ ਇਸੇ ਤਰ੍ਹਾਂ ਤੂੰ ਮੇਰੀ ਫੈਮਿਲੀ ਨੂੰ ਮੇਰੇ ਥਰੂ ਚੁਣੇਗਾ ਔਰ ਲੋਕਾਂ ਦੇ ਵਿੱਚ ਤੂੰ ਮੇਰੇ ਦੁਆਰਾ ਕੰਮਾਂ ਨੂੰ ਕਰੇਗਾ। ਔਰ ਸੱਚਮੁੱਚ ਜਦ ਮੈਂ ਚਰਚ ਦੇ ਵਿੱਚ ਗਈ ਔਰ ਖੁਦਾ ਦੇ ਦਾਸ ਦੇ ਐਂਟਰ ਮੈਂ ਮੈਂਟਰਸ਼ਿਪ ਦੇ ਵਿੱਚ ਆਈ ਔਰ ਖੁਦਾ ਦੇ ਦਾਸ ਨੇ ਮੇਰੀ ਅਗਵਾਈ ਕਰਨੀ ਸਟਾਰਟ ਕੀਤੀ। ਉਹ ਕਹਿੰਦੇ ਕਿ ਅੱਜ ਤੋਂ ਤੂੰ ਗਰੁੱਪ ਨਹੀਂ ਚਲਾਏਂਗੀ, ਤੂੰ ਇੱਕ ਚਰਚ ਨੂੰ ਖੜਾ ਕਰੇਂਗੀ, ਤੂੰ ਚਰਚ ਚਲਾਏਂਗੀ। ਔਰ ਸੱਚਮੁੱਚ ਜਦ ਮੈਂ ਖੁਦਾ ਦੇ ਦਾਸ ਦੇ ਦੁਆਰਾ ਇਹ ਵਰਡ ਸੁਣੇ ਕਿ ਪਰਮੇਸ਼ਰ ਮੈਂ ਇਸ ਲਾਇਕ ਨਹੀਂ ਕਿ ਮੈਂ ਤੇਰੀ ਚਰਚ ਨੂੰ ਲਗਾ ਸਕਾਂ, ਪਰ ਪਰਮੇਸ਼ਰ ਕਹਿੰਦਾ ਮੈਂ ਮੂਰਖਾਂ ਨੂੰ ਤੁੱਛਾਂ ਨੂੰ ਚੁਣ ਲੈਂਦਾ ਜੋ ਕੁਝ ਵੀ ਨਹੀਂ ਗੇ, ਮੈਂ ਬੁੱਧੀਮਾਨਾਂ ਨੂੰ ਲੱਜਿਤ ਕਰਨ ਲਈ ਮੂਰਖਾਂ ਨੂੰ ਚੁਣ ਲੈਣਾ। ਔਰ ਸੱਚਮੁੱਚ ਜਦ ਮੈਂ ਉਸ ਵਰਡ ਤੇ ਵਿਸ਼ਵਾਸ ਕੀਤਾ ਔਰ ਖੁਦਾ ਦੇ ਦਾਸ ਦੇ ਵਰਡਾਂ ਤੇ ਮੈਂ ਵਿਸ਼ਵਾਸ ਕੀਤਾ ਔਰ ਅੱਜ ਮੈਂ ਚਰਚ ਲਗਾ ਰਹੀ ਹਾਂ। ਔਰ ਜਦ ਮੈਂ ਚਰਚ ਲਗਾਣੀ ਸਟਾਰਟ ਕੀਤੀ ਮੇਰੀ ਫੈਮਿਲੀ ਉਦੋਂ ਵੀ ਵਿਰੋਧ ਸੀਗੀ। ਮੇਰੀ ਫੈਮਿਲੀ ਕਹਿੰਦੇ ਹੁੰਦੇ ਸੀ ਕਿ ਤੂੰ ਚਰਚ ਨਹੀਂ ਲਗਾਣੀ ਹੈਗੀ, ਤੂੰ ਪਰਮੇਸ਼ਰ ਦਾ ਕੰਮ ਨਹੀਂ ਕਰ ਸਕਦੀ ਹੈਗੀ, ਜਾਂ ਤਾਂ ਤੂੰ ਇਸ ਘਰ ਵਿੱਚ ਰਹਿ ਸਕਦੀ ਆ ਜਾਂ ਤੂੰ ਖੁਦਾਵੰਦ ਦੇ ਕੰਮਾਂ ਨੂੰ ਕਰ ਸਕਦੀ ਆ। ਬਟ ਮੈਂ ਫਿਰ ਵੀ ਪਰਮੇਸ਼ਰ ਦਾ ਸਟੈਂਡ ਲੈ ਕੇ ਪਰਮੇਸ਼ਰ ਦੇ ਕੰਮਾਂ ਨੂੰ ਕਰਨਾ। ਮੈਂ ਆਪਣੇ ਘਰਦਿਆਂ ਨੂੰ ਬੋਲਾ ਕਿ ਮੈਂ ਤੁਹਾਨੂੰ ਛੱਡ ਦਾਂਗੀ ਬਟ ਮੈਂ ਪਰਮੇਸ਼ਰ ਨੂੰ ਕਦੇ ਨਹੀਂ ਛੱਡ ਸਕਦੀ। ਔਰ ਜਦ ਮੈਂ ਪ੍ਰਾਰਥਨਾ ਕਰਦੀ ਗਈ ਜਦ ਮੈਂ ਇਸ ਮਿਨਿਸਟਰੀ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਫੈਮਿਲੀ ਨੇ ਹੀ ਮੇਰੇ ਤੋਂ ਬਪਤਿਸਮਾ ਲਿਆ। ਅੱਜ ਪਰਮੇਸ਼ਰ ਦਾ ਵਚਨ ਸੱਚਾ, ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਬਚ, ਤੇਰਾ ਘਰਾਣਾ ਬਚਾਇਆ ਜਾਏਗਾ। ਸਭ ਤੋਂ ਫਸਟ ਆਫ ਆਲ ਹੈ ਕਿ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਬਹੁਤ ਮਹੱਤਵ ਆ। ਜਦ ਅਸੀਂ ਪ੍ਰਾਰਥਨਾਵਾਂ ਕਰਦੇ ਆ ਲੋਕਾਂ ਦੇ ਦਿਲ ਬਦਲ ਜਾਂਦੇ ਆ। ਜਦ ਅਸੀਂ ਪ੍ਰਾਰਥਨਾ ਕਰਦੇ ਆ ਜਿਹੜੇ ਲੋਕ ਪਰਮੇਸ਼ਰ ਦੇ ਵਿੱਚ ਨਿਗੇ ਉਹੀ ਲੋਕ ਆ ਜਾਂਦੇ ਆ। ਅੱਜ ਸੱਚਮੁੱਚ ਜੇ ਤੁਹਾਡੀ ਅੱਜ ਫੈਮਿਲੀ ਪ੍ਰਭੂ ਦੇ ਵਿੱਚ ਨਹੀਂਗੀ ਜੋ ਕਿ ਇਸ ਟੈਸਟਮਨੀ ਨੂੰ ਸੁਣ ਰਿਹਾ ਵਾ, ਮੇਰਾ ਵਿਸ਼ਵਾਸ ਆ ਜਦ ਤੁਸੀਂ ਇਸ ਟੈਸਟਮਨੀ ਨੂੰ ਸੁਣ ਰਹੇ ਹੋ ਤੁਹਾਡਾ ਸਾਰਾ ਘਰਾਣਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਰਿਹਾ ਵਾ। ਔਰ ਜਦ ਮੈਂ ਆਪਣੀ ਫੈਮਿਲੀ ਮੇਰਾ ਉਦੋਂ ਵੀ ਵਿਰੋਧ ਕਰਦੀ ਸੀ, ਜਦ ਮੈਂ ਬਪਤਿਸਮਾ ਦਿੱਤਾ ਔਰ ਮੈਂ ਪ੍ਰਾਰਥਨਾ ਕਰਦੀ ਗਈ ਸੀ, ਮੇਰੀ ਇਹੋ ਹੀ ਚਾਹਤ ਹੁੰਦੀ ਸੀ ਕਿ ਪਰਮੇਸ਼ਰ ਮੇਰੇ ਥਰੂ ਮੇਰੀ ਫੈਮਿਲੀ ਬਚਾਈ ਜਾਵੇ। ਜਿਸ ਤਰ੍ਹਾਂ ਮੈਂ ਪ੍ਰਾਰਥਨਾ ਕੀਤੀ ਉਸੇ ਤਰ੍ਹਾਂ ਅੱਜ ਹੋਇਆ ਔਰ ਮੇਰੀ ਸਾਰੀ ਫੈਮਿਲੀ ਪ੍ਰਭੂ ਦੇ ਵਿੱਚ ਆ। ਅਸੀਂ ਸਾਰੀ ਫੈਮਿਲੀ ਪ੍ਰਭੂ ਦੀ ਸੇਵਾ ਕਰ ਰਹੇ ਹਾਂ। ਸਾਡੀ ਚਰਚ ਦਾ ਨਾਮ ਗ੍ਰੇਸ ਆਫ ਗॉड ਚਰਚ ਹੈ ਔਰ ਸੱਚਮੁੱਚ ਮੈਂ ਖੁਦਾਵੰਦ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਫੈਮਿਲੀ ਪ੍ਰਭੂ ਦੇ ਵਿੱਚ ਨਹੀਂਗੀ, ਜੋ ਕਿ ਇਸ ਟੈਸਟਮਨੀ ਨੂੰ ਸੁਣੇਗਾ ਉਹਨਾਂ ਦੀ ਸਾਰੀ ਫੈਮਿਲੀ ਪ੍ਰਭੂ ਦੇ ਵਿੱਚ ਆਏਗੀ। ਤੋ ਪਾਸਟਰ ਜੀ ਜਦੋਂ ਤੁਸੀਂ ਮਸੀਹ ਦੇ ਵਿੱਚ ਨਹੀਂ ਸੀ, ਹੁਣ ਤੁਸੀਂ ਜਿੱਦਾਂ ਮਸੀਹ ਦੇ ਵਿੱਚ ਆ ਗਏ ਹੋ ਤੇ ਤੁਹਾਡੀ ਲਾਈਫ ਦੇ ਵਿੱਚ ਕੀ ਐਸਾ ਡਿਫਰੈਂਸ ਆ ਗਿਆ ਹੈ? ਤੁਸੀਂ ਦਰਸ਼ਕਾਂ ਨੂੰ ਥੋੜਾ ਦੱਸੋ ਉਸ ਬਾਰੇ। ਔਰ ਸੱਚਮੁੱਚ ਜਦ ਮੈਂ ਪ੍ਰਭੂ ਦੇ ਵਿੱਚ ਨਹੀਂ ਸੀਗੀ ਔਰ ਮੇਰੀ ਲਾਈਫ ਦੇ ਵਿੱਚ ਬਹੁਤ ਦੁੱਖ ਸੀਗੇ ਔਰ ਮੈਂ ਪਰਮੇਸ਼ਰ ਦੇ ਵਿੱਚ ਇੱਕ ਸੱਚੇ ਪਰਮੇਸ਼ਰ ਨੂੰ ਲੱਭਦੀ ਸੀ ਕਿ ਇੱਕ ਪਰਮੇਸ਼ਰ ਹੋਵੇ ਜਿਹੜਾ ਮੇਰੇ ਬੋਝ ਨੂੰ ਉਠਾ ਲਵੇ। ਔਰ ਸੱਚਮੁੱਚ ਜਦ ਮੈਂ ਕਲਾਮ ਨੂੰ ਪੜਿਆ ਕਿਉਂਕਿ ਕਲਾਮ ਕਹਿੰਦਾ ਕਿ ਇਹ ਭਾਰੇਠਾ ਦੱਬੇ ਹੋਏ ਲੋਕੋ ਮੇਰੇ ਕੋਲ ਆ, ਮੈਂ ਤੁਹਾਨੂੰ ਆਰਾਮ ਦਊਂਗਾ। ਔਰ ਸੱਚਮੁੱਚ ਜਿਹੜਾ ਪਰਮੇਸ਼ਰ ਨੇ ਆਪਣੇ ਸਲੀਬ ਉੱਤੇ ਜਾਨ ਨੂੰ ਦੇ ਦਿੱਤਾ, ਸਾਰਾ ਉਸਨੇ ਬੋਝ ਸਾਡਾ ਉਠਾ ਲਿਆ। ਔਰ ਸੱਚਮੁੱਚ ਮੈਂ ਵਚਨਾਂ ਤੇ ਇੰਨਾ ਫੇਥ ਕਰਦੀ ਹਾਂ ਕਿ ਜੋ ਕੋਈ ਕਲਾਮ ਨੂੰ ਪੜਦਾ ਉਹਦੀ ਜ਼ਿੰਦਗੀ ਸੇਮ ਨਹੀਂਗੀ ਔਰ ਜੋ ਕੋਈ ਪ੍ਰਾਰਥਨਾ ਕਰਦਾ ਉਹਦੇ ਜਿੰਨਾ ਕੋਈ ਸਟਰੋਂਗ ਵਿਅਕਤੀ ਨਹੀਂਗਾ। ਹਾਲੇਲੂਇਆ। ਔਰ ਜਦ ਮੇਰੀ ਲਾਈਫ ਇਵੇਂ ਦੀ ਸੀ ਕਿ ਜਿਵੇਂ ਸੰਸਾਰਿਕ ਲੋਕ ਅੱਜ ਚੱਲ ਫਿਰ ਰਹੇ ਸੀਗੇ, ਨਹੀਂ ਤਾਂ ਮੈਂ ਜਦ ਪਰਮੇਸ਼ਰ ਨੂੰ ਨਾ ਜਾਣਦੀ ਨਹੀਂ ਤਾਂ ਮੰਮੀ ਅੱਜ ਸੰਸਾਰ ਦੇ ਵਿੱਚ ਪਾਪ ਦੇ ਵਿੱਚ ਹੋਣਾ ਸੀ। ਹਾਲੇਲੂਇਆ। ਔਰ ਪਰਮੇਸ਼ਰ ਨੇ ਮੈਨੂੰ ਉਸ ਪਾਪ ਵਾਲੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਆਪਣੀ ਸੇਵਾ ਦੇ ਵਿੱਚ ਮਹਿਮਾ ਦੇ ਵਿੱਚ ਖੜਾ ਕੀਤਾ। ਮੇਰੀ ਲਾਈਫ ਇਵੇਂ ਦੀ ਸੀ ਕਿ ਮੈਂ ਦੱਸ ਨਹੀਂ ਸਕਦੀ ਕਿ ਮੈਂ ਸਦਾ ਬਿਮਾਰ ਹੀ ਰਹਿਣਾ। ਮੇਰਾ ਐਕਸੀਡੈਂਟ 8 ਵਾਰੀ ਮੇਰਾ ਐਕਸੀਡੈਂਟ ਹੋ ਚੁੱਕਾ ਔਰ ਮੈਂ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਮੈਂ ਤੈਨੂੰ ਮਾਂ ਦੇ ਗਰਭ ਵਿੱਚ ਹੀ ਅਭਿਸ਼ੇਕ ਕਰ ਚੁੱਕਾ ਹਾਂ। ਔਰ ਜੋ ਸਾਡੇ ਤੇ ਅਭਿਸ਼ੇਕ ਆ ਸ਼ੈਤਾਨ ਹੀ ਚਾਹੁੰਦਾ ਕਿ ਤੁਸੀਂ ਸੇਵਾ ਦੇ ਵਿੱਚ ਖੜ ਸਕੋ, ਤੁਹਾਡੀ ਲਾਈਫ ਦੇ ਵਿੱਚ ਪ੍ਰੋਬਲਮਾਂ ਲੈ ਕੇ ਆਂਦਾ। ਉਸ ਤੋਂ ਪਹਿਲਾਂ ਕਿ ਮੇਰੀ ਲਾਈਫ ਦੇ ਵਿੱਚ ਕਿ ਮੇਰੇ ਐਕਸੀਡੈਂਟ ਐਕਸੀਡੈਂਟ ਤੋਂ ਬਾਅਦ ਮੈਂ ਹਮੇਸ਼ਾ ਇਦਾਂ ਬਿਮਾਰ ਰਹਿਣਾ, ਮੇਰੀ ਲਾਈਫ ਦੇ ਵਿੱਚ ਬਹੁਤ ਪ੍ਰੋਬਲਮ ਆਈਆਂ। ਪਰ ਮੈਂ ਜਦੋਂ ਪ੍ਰਭੂ ਨੂੰ ਗ੍ਰਹਿਣ ਕਰ ਲਿਆ, ਮੈਂ ਡੇਲੀ ਬਾਈਬਲ ਪੜ੍ਹਦੀ ਰਹੀ, ਪ੍ਰਾਰਥਨਾ ਕਰਦੀ ਰਹੀ ਔਰ ਪਰਮੇਸ਼ਰ ਨੇ ਮੇਰੀ ਲਾਈਫ ਨੂੰ ਚੇਂਜ ਕਰ ਦਿੱਤਾ। ਜੋ ਮੈਨੂੰ ਪਾਪ ਦੇ ਖਿਆਲ ਆਉਂਦੇ ਸੀਗੇ ਕਿ ਜਿਸ ਤਰ੍ਹਾਂ ਅੱਜ ਸੰਸਾਰਿਕ ਲੋਕ ਕਰ ਰਹੇ ਕਿ ਮੈਂ ਵੀ ਇਸ ਤਰ੍ਹਾਂ ਕਰਾਂ, ਮੇਰੀ ਵੀ ਕਿਸੇ ਨਾਲ ਮੈਂ ਪਿਆਰ ਕਰਾਂ, ਬਟ ਨਹੀਂ। ਜਦ ਬਾਈਬਲ ਕਹਿੰਦੀ ਕਿ ਸੱਚਾ ਪ੍ਰੇਮ ਪ੍ਰਭੂ ਯਿਸੂ ਮਸੀਹ ਆ, ਜਦ ਤੁਸੀਂ ਪ੍ਰਭੂ ਨੂੰ ਪ੍ਰੇਮ ਕਰ ਲਓਗੇ ਤੁਸੀਂ ਸੰਸਾਰ ਦੇ ਵਿੱਚ ਕਦੇ ਦਿਲ ਨਹੀਂ ਲਗਾਓਗੇ। ਔਰ ਸੱਚਮੁੱਚ ਮੈਂ ਇੰਨਾ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੀ ਗਈ। ਸਭ ਕੁਝ ਪਰਮੇਸ਼ਰ ਦਾ ਵਚਨ ਹੀ ਸਾਡੀ ਲਾਈਫ ਨੂੰ ਚੇਂਜ ਕਰ ਸਕਦਾ। ਅੱਜ ਸੱਚਮੁੱਚ ਅੱਜ ਜੋ ਕੁਝ ਵੀ ਆ ਪਰਮੇਸ਼ਰ ਦੇ ਅਨੁਗ੍ਰਹਿ ਦੇ ਕਾਰਨ ਆ। ਜੇ ਅੱਜ ਪਰਮੇਸ਼ਰ ਦਾ ਵਚਨ ਨਾ ਹੁੰਦਾ, ਪ੍ਰਾਰਥਨਾ ਨਾ ਮੈਂ ਕਰਦੀ ਹੁੰਦੀ ਤਾਂ ਮੈਂ ਅੱਜ ਪਰਮੇਸ਼ਰ ਮੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਕਦੇ ਇਸਤੇਮਾਲ ਨਾ ਕਰਦਾ। ਤੋ ਪਾਸਟਰ ਜੀ ਜਦੋਂ ਤੁਸੀਂ ਮਸੀਹ ਦੇ ਵਿੱਚ ਆ ਗਏ ਫਿਰ ਤੁਹਾਨੂੰ ਕਿਤਨਾ ਲੱਗਿਆ ਕਿ ਮਤਲਬ ਕਿ ਹੁਣ ਮੈਨੂੰ ਸੇਵਾ ਕਰਨੀ ਚਾਹੀਦੀ ਹੈ ਕਿ ਮੈਂ ਇੱਕ ਸੇਵਕਾ ਹੀ ਐਜ਼ ਅ ਵੂਮਨ ਆਫ ਗੋਡ ਦੇ ਲਈ ਮੈਂ ਚੁਣੀ ਗਈ ਹਾਂ? ਹਾਲੇਲੂਇਆ।
परमेश्वर का वचन कहता कि मैं तुहानू एक सहायक दिता, वो पवित्र आत्मा। और पवित्र आत्मा सानू सिखालदा और पवित्र आत्मा सानू अगवाई करदा। पवित्र आत्मा मैनू हमेशा अगवाई करदा सी, तू खुदावंद दी सेवाकाई दे लई बनाई गई है। हॉली स्पिरिट ने मैनू जद कहना तू सेवाकाई कर, बट मैनू ये हुंदा सी कि परमेश्वर मैनू एक सच्चा दास मिले जिस दे मैं थ्रू एक अनॉइंटेड मैन ऑफ गॉड मिले, मैं जिस दे थ्रू तेरी सेवा नू सारे आल वर्ल्ड दे विच कर सका। जद खुदा दे दास अमरीत संधू जी मैनू मिले, उस तो बाद मेरी सेवाकाई स्टार्ट हुई। सेवाकाई करन तो पहला मेरे ते अटैक होया सी, और अटैक होया सी कि मेरे ते छत गिर गई सीगी, और बहुत बारिश का मौसम दा सीगा, और बारिश हो रही सीगी, काफ़ी हनेरी वगदी सी। बट बारिश के मौसम दे विच मैं इदां ही घर दे विच बर्तन मांज रही सी। साडे गवांढियां दी कंध मेरे ते छत सारी डिग्गी सीगी, पर जदों छत गिरी कि मेरी फैमिली मैनू उस इट्टां दे विचों कढ रही सीगी, और पिंड दे लोग कहंदे सी ये बच नहीं सकदी हैगी, ਇਹਦੀ ਡੈਥ ਹੋ ਜਾਣੀ, ਇਹ ਬਚ ਨਹੀਂ ਸਕਦੀ ਹੈਗੀ। ਮੇਰੀ ਫੈਮਿਲੀ ਨੇ ਵੀ ਛੱਡ ਦਿੱਤਾ ਸੀਗਾ ਕਿ ਇਹ ਨਹੀਂ ਬਚ ਸਕਦੀ। ਬਟ ਮੈਨੂੰ ਫੇਸ ਸੀਗਾ ਕਿ ਪਰਮੇਸ਼ਵਰ ਤੇ ਕਿ ਮੈਂ ਜਿਹਦੇ ਇੰਨੇ ਵਚਨਾਂ ਨੂੰ ਪੜ੍ਹਦੀ ਆ, ਮੈਂ ਇੰਨਾ ਪ੍ਰਾਰਥਨਾ ਕਰਦੀ ਆ, ਉਹ ਪਰਮੇਸ਼ਵਰ ਮੈਨੂੰ ਮੌਤ ਦੀ ਵਾਤੀ ਚੋਂ ਵੀ ਬਚਾਏਗਾ। ਜਿਵੇਂ ਉਹਨੇ ਸਦਰਕ ਮੇਸ਼ਕ ਨੂੰ ਬਚਾਇਆ, ਉਹ ਮੈਨੂੰ ਬਲਦੀ ਅੱਗ ਵਿੱਚੋਂ ਬਚਾਏਗਾ। ਔਰ ਸੱਚਮੁੱਚ ਪਰਮੇਸ਼ਵਰ ਨੇ ਜਿਵੇਂ ਡੈਨੀਅਲ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ, ਉਸੇ ਤਰ੍ਹਾਂ ਪਰਮੇਸ਼ਵਰ ਨੇ ਮੈਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ। ਤੇ ਡਾਕਟਰ ਬੋਲਦੇ ਹੁੰਦੇ ਸੀ कि 7 मंथ तक चल नहीं सकती। 1 मंथ तक मैं डिप्रैशन दे विच सीगी, और मैं बिल्कुल मेरी आइस ओपन रहंदी हुंदी सी, और ना मैं कुछ खांदी हुंदी सी ना कुछ पींदी हुंदी सी। बिल्कुल मैं इदा बैड रेस्ट ते चढ़ गई सी। डॉक्टर कहंदे सी ये चलोगी भी ते खंजे दे नाल चलेगी, अपने सहारे दे नाल नहीं चलेगी। पर मैं उस टाइम परमेश्वर ते फेथ दिखाया कि परमेश्वर मैं तेरे अगे दुआ करदी हां, तू मैनू चंगा कर, मैं लोकां नू छुटकारा करन वाला एक सेवाकाई दे विच तू मैनू खड़ा करेगा, मैं लोकां नू छुटकारा दे कि तू मैनू छुटकारा दे। और जब मैं इस तरह प्रार्थना करन दे 2 मंथ दे विच परमेश्वर ने मैनू हील किया। मेरी रीढ़ दी हड्डी दे विच गैप सी और लैग दे विच गैप सीगा। डॉक्टर कहंदे सी ये बिना ऑपरेट दे चंगी नहीं हो सकती, पर बिना ऑपरेट दे परमेश्वर ने मैनू चंगा किया। और जो मेरा खुदावन ते फेथ सी, वो विश्वास ने मैनू चंगा किया। खुदावन अज किवें साडी लाइफ दे विच काम करदा, विश्वास दे द्वारा। हालेलुया। अज जो कि इस टेस्टमनी नू वॉच कर रहा, जे तुहाडी लाइफ दे विच कोई बीमारी आ, अज तुसीं तुहाडे हालात तुहाडे अज साथ नहीं दे रहे, अज हो सकदा तुसीं बीमारी दे विच आ, जे तुसीं इस टेस्टमनी नू सुन रहे हो, परमेश्वर तुहानू बीमारी दे विचों कढ के अपनी महिमा दे लई इस्तेमाल करेगा। और जद मैं इदा फेथ किया कि परमेश्वर तू मैनू इस बिस्तरे तो जो मैं अज बैड रेस्ट तो डॉक्टर कहंदे सी चल फिर नहीं सकदी, ना मैं कुछ खांदी सी, मेरे वॉशरूम दी नाली लगी हुई सीगी, और सब कुछ मेरा बैड ते सीगा। बट मैनू 2 मंथ दे विच परमेश्वर ने चंगा किया। बट मेरा फेथ सी, अज असीं फेथ दे द्वारा परमेश्वर तो हीलिंग लै सकदे हां। हालेलुया। पास्टर जी, जिद्दां तुसीं दस्सिया कि तुसीं एक अन्य जाति फैमिली तो तुहाडी फैमिली प्रभु दे उत्ते बिलीव नहीं करदी सी, तो जिस तरह असीं पंजाब दे हालात देखने पे हैं, पूरे इंडिया दे विच जो क्रिश्चियनिटी आ, लोग जानते पे हुण यीशु मसीह नूं, क्योंकि वचन दा जो सच नूं जानोगे सच तुहानूं आज़ाद करेगा। तो लोग जिता जिता हुण सच नूं जानते पे आ, तो मसीह नूं जानते पे आ, तो उहनूं एक्सैप्ट करते पे आ। तो काफ़ी सारे लोग आ जिहड़े वो बोलते हैं कि लोग जिहड़े क्रिश्चियन लोग आ, वो नॉन बिलीवरां नूं पैसा दे के उन्हां दा धर्म परिवर्तन करते हैं। तो जिद्दां तुसीं अपनी टेस्टमनी दे विच दस्सिया कि तुसीं भी एक अन्य जाति फैमिली दे विच हो, तो मैं जानना चाहना है कि तुहानूं किन्ने क पैसे मिले कि मतलब मसीह बन जाओ, ਜਾਂ ਫਿਰ ਤੁਸੀਂ ਕਦੀ ਦੇਖਿਆ ਆਪਣੀ ਲਾਈਫ ਦੇ ਵਿੱਚ ਕਿ ਪੈਸੇ ਦੇ ਕੇ ਕਿਸੇ ਦਾ ਧਰਮ ਪਰਿਵਰਤਨ ਕਰਦੇ ਆ? ਬ੍ਰਦਰ ਨੇ ਬਹੁਤ ਵਧੀਆ ਮੈਸੇਜ ਪੁੱਛਿਆ ਕਿ ਅੱਜ ਲੋਕ ਧਰਮ ਪਰਿਵਰਤਨ ਤੇ ਬਹੁਤ ਉਂਗਲੀ ਉਠਾ ਰਹੇ ਨੇ ਕਿ ਲੋਕਾਂ ਨੂੰ ਕਿ ਪੈਸੇ ਦੇ ਕੇ ਧਰਮ ਪਰਿਵਰਤਨ ਹੋ ਰਿਹਾ। ਨਹੀਂ, ਮੈਂ ਤੁਹਾਨੂੰ ਸੱਚ ਦੱਸਦੀ ਆ ਕਿ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ, ਅਸੀਂ ਸਿਰਫ ਪਰਮੇਸ਼ਰ ਦੇ ਵਚਨ ਤੇ ਵਿਸ਼ਵਾਸ ਕੀਤਾ, ਔਰ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਨੂੰ ਬਦਲ ਦਿੱਤਾ। और क्योंकि परमेश्वर का वचन कहता कि मैं जात धर्म नहीं बदलना आया, तेरी जिंदगी नू बदलना आया। और सचमुच जो कोई इसनू सुन रहा, जो कोई इस तरह दी टिप्पणियां कर रहा, जो कोई उंगली उठा रहा, उन्होंने इको मैसेज आ कि जब तुसी बाइबल नू पढ़ोगे ताड़ी जिंदगी सेम नहीं रहेगी, ताड़ी जिंदगी बदल जाएगी। और तुसी इस वर्ड नू कदे नहीं बोलोगे कि परमेश्वर जात धर्म बदलना आया। हालेलुया। जिन्ना चिर असीं एक चीज़ दा टेस्ट नहीं करते, उन्ना चिर असीं कदे किसी ते उंगली नहीं उठा सकते। हालेलुया। परमेश्वर सचमुच जब तुसी वचन नू पढ़ोगे, परमेश्वर जात धर्म नहीं ताड़ी जिंदगी नू बदलना आया। पास्टर जी, जिस तरह कि आप देखने पे हैं काफ़ी यूथ जो है, जवान कुड़ियां वो देखती पई इस गवाही नूं, तो उन्होंने की मैसेज देना चाहोगे जो हाली भी पाप दे विच फसियां ने?
मैं सब ਨੂੰ ਇੱਕੋ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਯੰਗ ਯੂਥ ਆ ਹਾਲੇਲੂਇਆ ਕਿ ਪਰਮੇਸ਼ਰ ਉਹਨਾਂ ਨੂੰ ਯੂਜ਼ ਕਰਨਾ ਚਾਹੁੰਦਾ ਹਾਲੇਲੂਇਆ शैतान ही उन्होंने यूज कर रहा पाप ਲਈ और पाप ਦੇ ਲਈ शैतान उन्होंने यूज कर रहा परमेश्वर अपने राज्य ਲਈ उन्होंने यूज करना ਚਾਹੁੰਦਾ और जो कि इस टेस्टमनी ਨੂੰ सुन ਰਿਹਾ ਵਾ ਉਹਨਾਂ ਨੂੰ ਮੈਂ ਇੱਕੋ ਮੈਸੇਜ ਦੇਣਾ ਚਾਹੁੰਦੀ ਆ ਕਿ ਮੈਂ ਵੀ ਇੱਕ ਯੰਗ ਯੂਥ ਹਾਂ ਬਟ ਅਸੀਂ ਆਪਣੇ ਸਰੀਰ ਤੇ ਕਿਵੇਂ ਕੰਟਰੋਲ ਕਰ ਸਕਦੇ ਹਾਂ परमेश्वर ਦੇ आत्मा द्वारा और वचन ਦੇ द्वारा ਅਸੀਂ ਆਪਣੇ ਸਰੀਰ ਤੇ ਕੰਟਰੋਲ ਕਰ ਸਕਦੇ ਹਾਂ ਹਾਲੇਲੂਇਆ ਆਪਣੇ ਸਰੀਰਿਕ ਅਭਿਲਾਸ਼ਾਂ ਤੇ ਕਿਵੇਂ ਕੰਟਰੋਲ ਕਰ ਸਕਦੇ ਹਾਂ ਪਰਮੇਸ਼ਰ ਦੀ ਆਤਮਾ ਦੁਆਰਾ ਅੱਜ ਜੇ ਤੁਹਾਡੇ ਤੇ ਕੰਟਰੋਲ ਨਹੀਂ ਹੋ ਰਿਹਾ ਅੱਜ ਵੀ ਤੁਸੀਂ ਪਾਪ ਦੇ ਵਿੱਚੋਂ ਤਾਂ ਫਿਰ ਤੁਸੀਂ ਜਿੰਦਾ ਖੁਦਾਵੰਨ ਨੂੰ ਪਹਿਨੋ ਔਰ ਤੁਹਾਡੀ ਜ਼ਿੰਦਗੀ ਸੇਮ ਨਹੀਂ ਰਹੇਗੀ ਔਰ ਪਰਮੇਸ਼ਰ ਤੁਹਾਡੇ ਹਾਲਾਤਾਂ ਨੂੰ ਬਦਲ ਦੇਗਾ ਜੇ ਅੱਜ ਪਰਮੇਸ਼ਰ ਮੈਨੂੰ ਯੂਜ਼ ਕਰ ਰਿਹਾ ਮੈਂ ਤੁਹਾਨੂੰ ਇੱਕੋ ਵਰਡ ਦੇਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਯੂਜ਼ ਕਰੇਗਾ ਔਰ ਜਿਸ ਤਰ੍ਹਾਂ ਪਰਮੇਸ਼ਰ ਅੱਜ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰੇ ਇਸ ਤਰ੍ਹਾਂ ਤੁਸੀਂ ਵੀ ਇਸਤੇਮਾਲ ਹੋਵੋਗੇ ਪਾਸਟਰ ਜੀ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਨੇ ਆ ਕਿ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਪੂਰੀ ਗਵਾਹ ਯਿਸੂ ਦੀ ਜੋ ਟੀਮ ਆ ਉਹ ਤੁਹਾਡਾ ਧੰਨਵਾਦ ਕਰਦੀ ਹੈ ਕਿ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਜੈ ਮਸੀਹ ਕੀ ਪਾਸਟਰ ਜੀ ਜੈ ਮਸੀਹ ਕੀ और मम्मी धन्यवाद करदी हाँ और थैंक यू करदी इन्हां ब्रदर्स दा इस चैनल दा और जो कि इस टेस्टमनी नूं सुनेगा और सेम नहीं रहेगा परमेश्वर तुहानूं आशीष और बरकत दे और जो कि इस चैनल नूं वॉच कर रहा ओहदी जिंदगी सेम नहीं रहेगी और मेरा विश्वास है कि जो कि इस टेस्टमनी नूं सुनेगा उन्हां दा घराना सेम नहीं रहेगा उन्हां दा घराना प्रभु दे विच आएगा और जो अज किसी भी हालात दे विच ने अज उन्हां दे हालातां नूं प्रभु ਬਦਲੇਗਾ ਤੋ ਜਿੱਦਾਂ ਤੁਸੀਂ ਦੇਖਿਆ ਕਿ ਉਹਨੇ ਇੱਕ ਪ੍ਰਭੂ ਦੇ ਗਵਾਹ ਨੂੰ ਤੁਸੀਂ ਦੇਖਿਆ ਹੈ ਕਿ ਉਹਨਾਂ ਦੇ ਦੁੱਖ ਨੂੰ ਪਰਮੇਸ਼ਵਰ ਨੇ ਕਿਸ ਤਰ੍ਹਾਂ ਆਨੰਦ ਦੇ ਵਿੱਚ ਬਦਲਿਆ ਆ ਮੇਰਾ ਵਿਸ਼ਵਾਸ ਹੈ ਇਸ ਗਵਾਹੀ ਨੂੰ ਸੁਣਨ ਤੋਂ ਬਾਅਦ ਤੁਹਾਡੀ ਜਿਹੜੀ ਲਾਈਫ ਆ ਉਹ ਸੇਮ ਨਹੀਂ ਰਹੀ ਤੁਸੀਂ ਬਰਕਤਾਂ ਪਾ ਲੀਆਂ ਹੈ ਤੋ ਐਸੇ ਹੀ ਹੋਰ ਗਵਾਹਾਂ ਦੇ ਨਾਲ ਅਸੀਂ ਮਿਲਾਂਗੇ ਸਾਰਿਆਂ ਨੂੰ ਜੈ ਮਸੀਹ ਦੀ तो मेरे प्रिय भाई बहनों अभी आपने एक बहुत बड़ी अद्भुत गवाही को सुना तो मेरा विश्वास है इस अद्भुत गवाही के द्वारा परमेश्वर आपके जीवनों में 100 गुना फलों को लेकर आएगा आप इस गवाही को अपने दोस्तों के साथ और फैमिली मेम्बर्स के साथ शेयर ज़रूर करें ताकि वो भी जान सके कि परमेश्वर कैसे लोगों के जीवन में अद्भुत काम कर रहा है तो आप हमारे चैनल गवाह यीशु दे को सब्सक्राइब ज़रूर कर लें ताकि आने वाले दिनों में आप परमेश्वर के और गवाहों के साथ मिल सकें अगर आप भी अपनी टेस्टमनी हमारे साथ शेयर करना चाहते हैं तो नीचे आपको एक ईमेल आईडी दिखाई दे रही होगी आप उस ईमेल आईडी पर अपनी डिटेल्स को शेयर कर दें हम आपसे कांटेक्ट ज़रूर करेंगे तो मेरा विश्वास है परमेश्वर आपके जीवनों को सेम नहीं रहने देगा गॉड ब्लेस यू ऑल सभी को जय मसीह की ਅਸੀਂ ਯਿਸੂ ਦੇ ਅਸੀਂ ਹਾਂ ਗਵਾਹ ਯਿਸੂ ਦੇ